पढ़ो, सुनो, देखो ਸਾਹਿਤ ਪਾਠ। ਨਾਨਕ ਸਿੰਘ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ, ਤੀਸਰੇ ਭਾਗ ਦਾ ਇਹ 27ਵਾਂ ਕਾਂਡ। ਕੁੱਲ ਇੱਕੋ ਮਹੀਨਾ ਹੋਇਆ ਸੀ ਜਦੋਂ ਰਾਸ ਬਿਹਾਰੀ ਦੀ ਸ਼ਮੂਲੀਅਤ ਤੋਂ ਬਾਅਦ ਪੰਜਾਬ ਦੀ ਗਦਰ ਪਾਰਟੀ ਨੇ ਪੂਰੇ ਤੌਰ ਤੇ ਜਥੇਬੰਦ ਹੋ ਕੇ ਕੰਮ ਆਰੰਭਿਆ ਸੀ। ਪਰ ਜਿਉਂ ਹੀ ਕਾਮਯਾਬੀ ਦਾ ਸਮਾਂ ਉਹਨਾਂ ਨੂੰ ਨੇੜੇ ਦਿਸਿਆ ਕਿ ਉਹੀ ਗੱਲ ਹੋ ਕੇ ਰਹੀ ਕਿ ਕਿਸਮਤ ਕੀ ਖੂਬੀ ਦੇਖੀਏ, ਟੂਟੀ ਕਹਾਂ ਕਮੰਦ, ਦੋ ਚਾਰ ਹਾਥ ਜਬ ਕੇ ਲਬੇ ਬਾਮ ਰਹਿ ਗਿਆ। ਆਮ ਨਜ਼ਰੇ ਇਹੋ ਦਿਸਦਾ ਸੀ ਕਿ ਗਦਰ ਪਾਰਟੀ ਸਫਾ ਹਸਤੀ ਤੋਂ ਮਿਟ ਗਈ। ਪਰ ਉਸ ਵੇਲੇ ਬਚੇ ਖੁਚੇ ਇਨਕਲਾਬੀਆਂ ਦੇ, ਜਿਹੜੇ ਅਜੇ ਤੀਕ ਪੁਲਿਸ ਦੀਆਂ ਨਜ਼ਰਾਂ ਤੋਂ ਬਚੇ ਹੋਏ ਸਨ, ਦਿਲ ਚੋਂ ਆਸ਼ਾ ਦੀ ਲੋ ਉੱਕਾ ਹੀ ਖਤਮ ਨਹੀਂ ਸੀ ਹੋ ਗਈ, ਜਿਸ ਦੀ ਸਾਖੀ ਵਤਨ ਦੇ ਦੁਸ਼ਮਣ ਨੰਬਰ 1 ਉਡਵਾਇਰ ਨੂੰ ਵੀ ਭਰਨੀ ਪਈ। ਅਸਲ ਵਿੱਚ 19 ਫਰਵਰੀ ਤੋਂ ਬਾਅਦ ਇਨਕਲਾਬੀਆਂ ਦਾ ਨਾ ਤਾਂ ਕੋਈ ਸੈਂਟਰ ਰਿਹਾ, ਨਾ ਹੀ ਜਥੇਬੰਦੀ। ਜਿਹੜੇ ਫੜੇ ਗਏ ਸੋ ਫੜੇ ਗਏ, ਤੇ ਜਿਹੜੇ ਅਜੇ ਤੀਕ ਕਾਬੂ ਨਹੀਂ ਸਨ ਆਏ, ਉਹਨਾਂ ਵਿੱਚੋਂ ਕੁਝ ਤਾਂ ਸਰਹੱਦ ਪਾਰ ਕਰ ਗਏ ਤੇ ਕੁਝ ਐਸੇ ਸਨ ਜੋ ਇਹ ਜਾਣਦਿਆਂ ਹੋਇਆਂ ਵੀ ਕਿ ਹੁਣ ਉਹਨਾਂ ਦੀ ਜੱਦੋ-ਜਹਿਦ ਬੇਅਰਥ ਹੈ, ਕੁਝ ਨਾ ਕੁਝ ਕਰਨ ਵਿੱਚ ਰੁੱਝੇ ਹੋਏ ਸਨ। ਕਾਰਨ ਇਹ ਜਾਪਦਾ ਹੈ ਕਿ ਵਿਦੇਸ਼ਾਂ ਤੋਂ ਤੁਰਨ ਵੇਲੇ ਉਹਨਾਂ ਨੇ ਇੱਕ ਪ੍ਰਣ ਕੀਤਾ ਸੀ ਕਿ ਵਤਨ ਜਾ ਕੇ ਉਹ ਤਦ ਤੀਕ ਜਿਉਂਦੇ ਜੀ ਘਰਾਂ ਵੱਲ ਮੂੰਹ ਨਹੀਂ ਦੇਣਗੇ ਜਦ ਤੀਕ ਆਪਣੇ ਮਨੋਰਥ ਵਿੱਚ ਸਫਲ ਨਾ ਹੋ ਜਾਣ, ਅਰਥਾਤ ਆਜ਼ਾਦੀ ਜਾਂ ਮੌਤ। ਸ਼ਾਇਦ ਇਹੋ ਪ੍ਰਣ ਸੀ ਜਿਹੜਾ ਨਾਕਾਮੀ ਦੀ ਹਾਲਤ ਵਿੱਚ ਵੀ ਉਹਨਾਂ ਨੂੰ ਟਿਕ ਕੇ ਬੈਠਣ ਨਹੀਂ ਸੀ ਦਿੰਦਾ। ਗੋਇਆ ਅਸਫਲਤਾ ਤੋਂ ਬਾਅਦ ਹੁਣ ਉਹਨਾਂ ਲਈ ਦੂਸਰੀ ਜੇ ਕੋਈ ਚੀਜ਼ ਸੀ ਤਾਂ ਮੌਤ। ਪਰ ਮੌਤ ਦੀ ਗੋਦੀ ਵਿੱਚ ਜਾਣ ਤੋਂ ਪਹਿਲਾਂ ਜਿੰਨਾ ਕੁਝ ਵੀ ਜਿਸ ਦੇ ਵੱਸ ਹੋਵੇ ਕਰ ਗੁਜ਼ਰਨ ਤੇ ਉਤਾਰੂ ਸੀ। ਕੌਣ ਉਸ ਹਾਲਤ ਦਾ ਅੰਦਾਜ਼ਾ ਲਾ ਸਕਦਾ ਸੀ ਜਿਸ ਵਿੱਚੋਂ ਇਹ ਲੋਕ ਉਸ ਵੇਲੇ ਗੁਜ਼ਰ ਰਹੇ ਸਨ। ਪੁਲਿਸ ਤੇ ਫੌਜ ਉਹਨਾਂ ਦੇ ਮਗਰ ਹਰਲ ਹਰਲ ਕਰਦੀ ਫਿਰਦੀ ਸੀ। ਆਪਣੇ ਹਮਵਤਨ ਜਿਨ੍ਹਾਂ ਉੱਤੇ ਉਹਨਾਂ ਨੂੰ ਬੜੀਆਂ ਉਮੀਦਾਂ ਸਨ, ਸਰਕਾਰੀ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਮਿਲਵਰਤਨ ਦੇ ਰਹੇ ਸਨ ਉਹਨਾਂ ਨੂੰ ਫੜਾਉਣ ਲਈ। ਇੱਥੋਂ ਤੱਕ ਕਿ ਸਕੇ ਸੰਬੰਧੀਆਂ ਨੇ ਵੀ ਅੱਖਾਂ ਮੱਥੇ ਤੇ ਰੱਖ ਲਈਆਂ। ਸਵੇਰ ਕਿਤੇ, ਦੁਪਹਿਰ ਕਿਤੇ ਤੇ ਰਾਤ ਕਿਤੇ। ਜਿਨ੍ਹਾਂ ਲੋਕਾਂ ਦਾ ਇਹ ਵਸੇਵਾ ਹੋਵੇ, ਉਹਨਾਂ ਦੀ ਹਾਲਤ ਦਾ ਅਨੁਮਾਨ ਲਾਉਣਾ ਸੌਖਾ ਸੀ। ਇਸ ਉੱਤੇ ਵਾਧਾ ਇਹ ਸੀ ਕਿ ਇਸ ਹਾਲਤ ਤੇ ਪੁੱਜ ਕੇ ਵੀ ਉਹ ਲੋਕ ਜੰਗਲਾਂ ਬੀਆਬਾਨਾਂ ਵਿੱਚ ਭਟਕਦੇ ਹੋਏ ਆਪਣੇ ਵਿਛੜੇ ਸਾਥੀਆਂ ਨੂੰ ਢੂੰਡਣ ਵਿੱਚ ਸਰਗਰਮ ਸਨ, ਤਾਂ ਜੋ ਇਕੱਠੇ ਹੋ ਕੇ ਇੱਕ ਵਾਰੀ ਫੇਰ ਆਪਣੀ ਜਾਂ ਆਪਣੇ ਵਤਨ ਦੀ ਹਾਰ ਚੁੱਕੀ ਬਾਜ਼ੀ ਨੂੰ ਜਿੱਤਣ ਲਈ ਕੁਝ ਹੱਥ ਪੈਰ ਮਾਰ ਸਕਣ। 19 ਫਰਵਰੀ ਤੋਂ ਬਾਅਦ ਜਿਉਂ-ਜਿਉਂ ਦਿਨ ਬੀਤਦੇ ਗਏ, ਇਹ ਬੇਯਾਰ ਮਦਦਗਾਰ ਆਪਣੇ ਸਾਥੀਆਂ ਨੂੰ ਢੂੰਡਣ ਵਿੱਚ ਕੁਝ ਨਾ ਕੁਝ ਕਾਮਯਾਬ ਹੁੰਦੇ ਗਏ, ਜਿਸ ਦਾ ਫਲ ਹੋਇਆ ਕਿ ਛੋਟੀਆਂ-ਛੋਟੀਆਂ ਕਈ ਢਾਣੀਆਂ ਵਿੱਚ ਉਹ ਵਟ ਗਏ। ਉਹਨਾਂ ਨੂੰ ਕਿਸੇ ਚੀਜ਼ ਦਾ ਅਭਾਵ ਖੜਕਦਾ ਸੀ ਤਾਂ ਲੀਡਰਸ਼ਿਪ ਦਾ, ਜਿਸ ਦੀ ਅਣਹੋਂਦ ਕਰਕੇ ਉਹ ਡਾਵਾਂਡੋਲ ਤੇ ਬੇਨਿਸ਼ਾਨਾ ਸਨ। ਕਿਸੇ ਨੂੰ ਕੁਝ ਨਹੀਂ ਸੀ ਸੁੱਝਦਾ ਕਿ ਕੀ ਕਰੇ ਤੇ ਕਿਹੜੇ ਰਾਹ ਤੁਰੇ। ਉਹਨਾਂ ਦੇ ਦਿਲਾਂ ਅੰਦਰ ਕਈ ਤਰ੍ਹਾਂ ਦੇ ਭਾਂਬੜ ਮਚ ਰਹੇ ਸਨ, ਪਰ ਬੁੱਝਣ ਦੀ ਕੋਈ ਵਾਹ ਨਹੀਂ ਸੀ। ਅੰਗਰੇਜ਼ਾਂ ਵਿਰੁੱਧ ਨਫ਼ਰਤ ਹੋਣੀ ਤਾਂ ਸੁਭਾਵਿਕ ਸੀ, ਪਰ ਅੰਗਰੇਜ਼ਾਂ ਨਾਲੋਂ ਵੀ ਬਹੁਤਾ ਬੁਗਜ਼ ਸੀ ਉਹਨਾਂ ਨੂੰ ਝੋਲੀ ਚੁੱਕ ਤਬਕੇ ਉੱਤੇ, ਜਿਹੜੇ ਇਨੀ ਦਿਨੀ ਪੁਲਿਸ ਵਿੱਚ ਮੁਖਬਰੀਆਂ ਕਰ ਕਰਕੇ ਜਾਂ ਖੁੱਲੇ ਆਮ ਪੁਲਸੀਆਂ ਦੇ ਨਾਲ ਹੋ ਕੇ ਇਹਨਾਂ ਨੂੰ ਫੜਾਉਣ ਵਿੱਚ ਰੁੱਝੇ ਹੋਏ ਸਨ। ਅੰਗਰੇਜ਼ ਦੇ ਮੁਕਾਬਲੇ ਵਿੱਚ ਸ਼ਿਕਸਤ ਖਾ ਜਾਣ ਤੇ ਵੀ ਇਨਕਲਾਬੀਆਂ ਨੂੰ ਇਹ ਰੜਕ ਹਰ ਵੇਲੇ ਬੇਆਰਾਮ ਰੱਖਦੀ ਸੀ ਤੇ ਉਹ ਸੋਚਦੇ ਰਹਿੰਦੇ ਸਨ, ਹੋਰ ਜੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਕਿ ਝੋਲੀ ਚੁੱਕਾਂ ਨੂੰ ਅਜ਼ਲ ਦਾ ਲੁਕਮਾ ਬਣਾਉਣ ਜੋਗੇ ਵੀ ਨਹੀਂ ਰਹੇ। ਪਰ ਇਸ ਕੰਮ ਲਈ ਵੀ ਤਾਂ ਉਹਨਾਂ ਨੂੰ ਕਿਸੇ ਰਾਹਨੁਮਾ ਦੀ ਲੋੜ ਸੀ, ਕਿਸੇ ਜਥੇਬੰਦਕ ਦੀ ਲੋੜ ਸੀ, ਤੇ ਉਹ ਚੀਜ਼ ਉਹਨਾਂ ਪਾਸ ਹੈ ਨਹੀਂ ਸੀ। ਸਕੀਮ ਫੇਲ ਹੋਣ ਤੋਂ ਬਾਅਦ ਅੰਡਰਗਰਾਉਂਡ ਇਨਕਲਾਬੀਆਂ ਦੀ ਹਾਲਤ ਡੱਡਾਂ ਦੀ ਪੰਸੇਰੀ ਵਾਲੀ ਬਣੀ ਹੋਈ ਸੀ। ਕਿਤੇ ਕੋਈ ਅੱਡਾ ਜਾਂ ਮੇਲ ਬੈਠਣ ਲਈ ਕੋਈ ਮਾੜਾ ਮੋਟਾ ਠਿਕਾਣਾ ਵੀ ਨਹੀਂ ਸੀ। ਸਾਰੇ ਅੱਡੇ ਪੁਲਿਸ ਦੇ ਕਬਜ਼ੇ ਵਿੱਚ ਆ ਚੁੱਕੇ ਸਨ। ਜਿੰਨੀਆਂ ਢਾਣੀਆਂ ਉਨੇ ਹੀ ਵੱਖੋ ਵੱਖਰੇ ਪ੍ਰੋਗਰਾਮ। ਕੋਈ ਕੁਝ ਸਲਾਹ ਸੋਚਦਾ, ਕੋਈ ਕੁਝ, ਤੇ ਹਰ ਇੱਕ ਸਲਾਹ ਬਰਸਾਤੀ ਬੱਦਲਾਂ ਵਾਂਗ ਉੱਡ ਜਾਂਦੀ ਜਦ ਇਹਨਾਂ ਦੇ ਅਮਲ ਵਿੱਚ ਲਿਆਉਣ ਦਾ ਨਾ ਤਾਂ ਕੋਈ ਵਸੀਲਾ ਸੀ, ਨਾ ਹੀ ਅਗਵਾਈ ਕਰਨ ਵਾਲਾ ਕੋਈ ਦਿਸਦਾ, ਜਿਸ ਦਾ ਨਤੀਜਾ ਇਹ ਹੋਇਆ ਕਿ ਡੱਡਾਂ ਦੀ ਪੰਸੇਰੀ ਦਿਨੋ ਦਿਨ ਭੁਰਨੀ ਸ਼ੁਰੂ ਹੋ ਗਈ। ਅੱਜ ਐਨੇ ਫੜੇ ਗਏ, ਅੱਜ ਐਨੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ, ਐਨੇ ਸਰਹੱਦ ਪਾਰ ਕਰਕੇ। ਫੜੇ ਜਾਣ ਦਾ ਅਰਥ ਸੀ ਫਾਹੇ ਲੱਗਣਾ ਅਥਵਾ ਕਾਲੇ ਪਾਣੀ ਦੀ ਸਜ਼ਾ, ਤੇ ਅੰਡਰਗਰਾਉਂਡ ਰਹਿਣ ਦਾ ਅਰਥ ਸੀ ਮੌਤ ਦੇ ਪਰਛਾਵਿਆਂ ਹੇਠ ਤੁਰਨਾ। ਟੰਗੇ ਜਾਣ ਜਾਂ ਡੱਕੇ ਜਾਣ ਦੇ ਭੈ ਨੂੰ ਤਾਂ ਸ਼ਾਇਦ ਇਹ ਲੋਕ ਉਦੋਂ ਤੋਂ ਹੀ ਦਿਲਾਂ ਚੋਂ ਕੱਢ ਚੁੱਕੇ ਸਨ ਜਦੋਂ ਵਿਦੇਸ਼ਾਂ ਤੋਂ ਤੁਰੇ ਸਨ। ਪਰ ਮੌਜੂਦਾ ਹਾਲਾਤ ਵਿੱਚ ਜਿਹੜਾ ਹਿਰਖ ਇਹਨਾਂ ਲੋਕਾਂ ਨੂੰ ਟਿਕ ਕੇ ਬੈਠਣ ਨਹੀਂ ਸੀ ਦਿੰਦਾ, ਉਹ ਇਹ ਸੀ ਕਿ ਮਰਨ ਜਾਂ ਪੁੱਜਣ ਤੋਂ ਪਹਿਲਾਂ ਉਹ ਕੁਝ ਵੀ ਨਹੀਂ ਕਰ ਸਕਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ 19 ਫਰਵਰੀ ਤੋਂ ਮਗਰਲੇ 10 ਕੁ ਦਿਨਾਂ ਦੀ ਦੌੜ ਭੱਜ ਨਾਲ
ਇਹਨਾਂ ਲੋਕਾਂ ਨੇ ਸਾਥੀਆਂ ਨੂੰ ਢੂੰਡਣ ਵਿੱਚ ਕੁਝ ਨਾ ਕੁਝ ਸਫਲਤਾ ਪ੍ਰਾਪਤ ਕੀਤੀ, ਪਰ ਜਿਸ ਪ੍ਰਮੁੱਖ ਸਾਥੀ ਦੀ ਉਹਨਾਂ ਨੂੰ ਇਸ ਵੇਲੇ ਤੋਂ ਬਹੁਤੀ ਲੋੜ ਸੀ, ਕਰਤਾਰ ਸਿੰਘ ਸਰਾਭੇ ਦੀ, ਉਸ ਦਾ ਕਿਤੇ ਵੀ ਕੋਈ ਖੁਰਾ ਖੋਜ ਇਹਨਾਂ ਨੂੰ ਨਾ ਲੱਭ ਸਕਿਆ। ਹਰ ਕੋਈ ਅਰਮਾਨ ਭਰੇ ਦਿਲ ਨਾਲ ਤਲੀਆਂ ਮਲਦਾ ਹੋਇਆ ਸੋਚਦਾ, ਕਾਸ਼ ਕੋਈ ਸਰਾਭਾ ਲੱਭ ਪੈਂਦਾ, ਫਿਰ ਤਾਂ ਜ਼ਰੂਰ ਅਸੀਂ ਫੜੇ ਜਾਣ ਤੋਂ ਪਹਿਲਾਂ ਕੁਝ ਨਾ ਕੁਝ ਕਰ ਗੁਜ਼ਰਦੇ। ਇਹੋ ਇੱਕ ਆਗੂ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ, ਜਿਸ ਦੀ ਅਗਵਾਈ ਹੇਠ ਕੁਝ ਕਰ ਸਕਣ ਦੀ ਉਹਨਾਂ ਨੂੰ ਅਜੇ ਤੱਕ ਆਸ ਸੀ। ਤੇ ਉਦੋਂ 19 ਫਰਵਰੀ ਤੋਂ 10-12 ਦਿਨਾਂ ਬਾਅਦ ਵਿੱਚ ਇੱਕ ਐਸਾ ਧਮਾਕਾ ਉੱਠਿਆ ਜਿਸ ਨੇ ਇਹਨਾਂ ਲੋਕਾਂ ਦਾ ਅੜਿਆ ਜੁੜਿਆ ਲੱਕ ਵੀ ਤੋੜ ਕੇ ਰੱਖ ਦਿੱਤਾ। 3 ਮਾਰਚ ਨੂੰ ਸਰਕਾਰੀ ਤੌਰ ਤੇ ਇੱਕ ਜ਼ਮੀਮਾ ਛਾਪ ਕੇ ਵੰਡਿਆ ਗਿਆ। ਇਸ ਕਿਸਮ ਦੇ ਜ਼ਮੀਮੇ ਉਦੋਂ ਆਮ ਵੰਡੇ ਜਾਂਦੇ ਸਨ, ਜਿਸ ਵਿੱਚ 3 ਖਤਰਨਾਕ ਬਾਗੀਆਂ ਦੇ ਫੜੇ ਜਾਣ ਦੀ ਇਤਲਾਹ ਸੀ ਤੇ ਜਿਸ ਵਿੱਚ ਉਚੇਚੇ ਤੌਰ ਤੇ ਉਸ ਬਾਗੀ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕੀਤਾ ਗਿਆ ਸੀ, ਜਿਹੜਾ ਸਭ ਤੋਂ ਬਹੁਤੇ ਜ਼ੁਰਮਾਂ ਹੇਠ ਪੁਲਿਸ ਨੂੰ ਮਤਲੂਬ ਸੀ ਤੇ ਜਿਸ ਦੀ ਗ੍ਰਿਫਤਾਰੀ ਲਈ ਡਬਲ ਇਨਾਮ ਰੱਖਿਆ ਜਾ ਚੁੱਕਿਆ ਸੀ। ਇਸ ਤੋਂ ਛੁੱਟ ਕਮਿਊਨਿਕ ਵਿੱਚ ਬੜੇ ਫਖਰ ਤੇ ਸ਼ਲਾਘਾ ਭਰੇ ਸ਼ਬਦਾਂ ਵਿੱਚ ਰਸਾਲਦਾਰ ਗੰਡਾ ਸਿੰਘ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨੇ ਕਮਾਲ ਦੀ ਬਹਾਦਰੀ ਨਾਲ ਸਰਾਭੇ ਤੇ ਉਸ ਦੇ ਦੋਹਾਂ ਸਾਥੀਆਂ ਨੂੰ ਗ੍ਰਿਫਤਾਰ ਕਰਾਇਆ। ਇਸ ਬਹਾਦਰੀ ਦੇ ਬਦਲੇ ਰਸਾਲਦਾਰ ਗੰਡਾ ਸਿੰਘ ਨੂੰ ਉਸੇ ਦਿਨ ਪੰਜਾਬ ਹਕੂਮਤ ਨੇ 3 ਮੁਰੱਬੇ ਤੇ 5000 ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕੀਤਾ। ਬਹੁਤਾ ਬੁਗਜ਼ ਉਹਨਾਂ ਲੋਕਾਂ ਨੂੰ ਗੰਡਾ ਸਿੰਘ ਤੇ ਉਹਦੇ ਵਰਗੇ ਝੋਲੀ ਚੁੱਕਾਂ ਉੱਤੇ ਸੀ, ਜਿਨ੍ਹਾਂ ਦੀਆਂ ਗੱਦਾਰੀਆਂ ਕਾਰਨ ਉਹਨਾਂ ਦਾ ਹਰ ਇੱਕ ਕਦਮ ਫੇਲ ਹੁੰਦਾ ਚਲਾ ਜਾ ਰਿਹਾ ਸੀ। ਕਿਰਪਾਲ ਸਿੰਘ ਵਾਲੀ ਕਰਤੂਤ ਅਜੇ ਸੱਜਰੀ ਹੀ ਸੀ ਕਿ ਉਸ ਤੋਂ ਬਾਅਦ ਹੋਰ ਵੀ ਕਈ ਪੰਜਾਬੀ ਇਸ ਕਿਸਮ ਦੀਆਂ ਹਰਕਤਾਂ ਕਰਦੇ ਚਲੇ ਆ ਰਹੇ ਸਨ, ਪਰ ਰਸਾਲਦਾਰ ਗੰਡਾ ਸਿੰਘ ਦੇ ਕਾਰੇ ਨੇ ਤਾਂ ਇਨਕਲਾਬੀਆਂ ਅੰਦਰ ਇਤਨੀ ਸਖਤ ਬੁਖਲਾਹਟ ਪੈਦਾ ਕਰ ਦਿੱਤੀ ਕਿ ਕਈ ਹਾਲਤਾਂ ਵਿੱਚ ਇਹ ਲੋਕ ਯੋਗ ਅਯੋਗ ਦੀ ਤਮੀਜ਼ ਵੀ ਗਵਾ ਬੈਠੇ, ਜਿਸ ਦੇ ਫਲਸਰੂਪ ਉਸ ਤੋਂ ਬਾਅਦ ਵਾਰਦਾਤਾਂ ਦਾ ਸਿਲਸਿਲਾ ਆਰੰਭ ਹੋ ਗਿਆ ਤੇ ਨਿਰਾ ਪੰਜਾਬ ਵਿੱਚ ਹੀ ਨਹੀਂ, ਕਈ ਰਿਆਸਤਾਂ ਵਿੱਚ ਵੀ ਗੜਬੜ ਸ਼ੁਰੂ ਹੋ ਗਈ। ਜਾਂ ਇਉਂ ਕਹਿਣਾ ਚਾਹੀਦਾ ਹੈ ਕਿ ਇਹ ਸਿਲਸਿਲੇ ਦਾ ਮੁੱਢ ਹੀ ਰਿਆਸਤੀ ਇਲਾਕੇ ਤੋਂ ਵੱਜਾ। ਰਸਾਲਦਾਰ ਗੰਡਾ ਸਿੰਘ ਨੂੰ ਖਤਮ ਕਰਨ ਲਈ ਕਾਫੀ ਯਤਨ ਕੀਤੇ ਗਏ, ਪਰ ਉਹ ਵੀ ਤਾਂ ਇਤਨਾ ਅਵਿਸਲੜਾ ਨਹੀਂ ਸੀ। ਪਤਾ ਨਹੀਂ ਉਹ ਕਿੱਥੇ ਲੁਕਿਆ ਹੋਇਆ ਸੀ ਕਿ ਕਿਸੇ ਨੂੰ ਉਸ ਬਾਰੇ ਕਨਸੋ ਤੱਕ ਨਹੀਂ ਸੀ ਪਹੁੰਚ ਸਕਦੀ। ਛੇਕੜ ਉਸ ਵੱਲੋਂ ਹਟ ਕੇ ਉਹਨਾਂ ਨੇ ਹੋਰ ਪਾਸੀਂ ਅਗਰਸਰ ਹੋਣਾ ਸ਼ੁਰੂ ਕਰ ਦਿੱਤਾ। ਉਹਨਾਂ ਹੀ ਦਿਨਾਂ ਵਿੱਚ ਇਨਕਲਾਬੀ ਸੁਰਜਨ ਸਿੰਘ ਆਪਣੇ ਕੁਝ ਸਾਥੀਆਂ ਸਣੇ ਰਿਆਸਤ ਮੰਡੀ ਵੱਲ ਜਾ ਨਿਕਲਿਆ। ਰਿਆਸਤ ਵਿੱਚ ਇੱਕ ਤਾਂ ਅਸਲਾ ਆਮ ਮਿਲਦਾ ਸੀ, ਦੂਜਾ ਮੰਡੀ ਦੀ ਰਿਆਸਤ ਪਹਾੜੀ ਇਲਾਕਾ ਹੋਣ ਕਰਕੇ ਲੁਕਣ ਛਿਪਣ ਦੀਆਂ ਵੀ ਮੈਦਾਨੀ ਇਲਾਕੇ ਦੇ ਮੁਕਾਬਲੇ ਵਿੱਚ ਉੱਥੇ ਸਹੂਲਤਾਂ ਕਾਫੀ ਸਨ। ਅਸਲ ਵਿੱਚ ਸੁਰਜਨ ਸਿੰਘ ਤੇ ਉਸਦੇ ਸਾਥੀ ਅਸਲੇ ਦੀ ਪ੍ਰਾਪਤੀ ਲਈ ਉੱਥੇ ਗਏ ਸਨ। ਉਹਨਾਂ ਦਾ ਮਨੋਰਥ ਲਗਭਗ ਇਹੋ ਸੀ ਕਿ ਅਸਲੇ ਦੀ ਮਦਦ ਨਾਲ ਉਹ ਪੰਜਾਬ ਦੇ ਝੋਲੀ ਚੁੱਕਾਂ ਦਾ ਸਫਾਇਆ ਕਰ ਸਕਣਗੇ। ਉੱਥੇ ਜਾ ਕੇ ਇੱਕ ਪੈਨਸ਼ਨਰ ਥਾਣੇਦਾਰ ਮੀਆਂ ਜਵਾਹਰ ਨਾਲ ਉਹਨਾਂ ਨੇ ਸਾਂਝ ਪੈਦਾ ਕੀਤੀ, ਜਿਸ ਬਾਰੇ ਸੁਰਜਨ ਸਿੰਘ ਨੂੰ ਪਤਾ ਸੀ ਕਿ ਕਦੀ ਉਹ ਰਾਜਗੱਦੀ ਪ੍ਰਾਪਤ ਕਰਨ ਲਈ ਹੱਥ ਪੈਰ ਮਾਰ ਚੁੱਕਾ ਸੀ ਤੇ ਇਸੇ ਕਰਕੇ ਰਾਜ ਘਰਾਣੇ ਨਾਲ ਅੰਦਰੇ ਅੰਦਰ ਉਸ ਦੀ ਦੁਸ਼ਮਣੀ ਚੱਲੀ ਆ ਰਹੀ ਸੀ। ਸੁਰਜਨ ਸਿੰਘ ਨੇ ਉੱਥੇ ਜਾ ਕੇ ਕਾਫੀ ਮੈਦਾਨ ਤਿਆਰ ਕਰ ਲਿਆ। ਰਿਆਸਤ ਦੇ ਕਈ ਬਾਰਸੂਖ ਬੰਦੇ ਉਸਨੇ ਗੰਢ ਲਏ ਤੇ ਲੱਗਦੇ ਹੱਥ ਪੰਜਾਬ ਵਿੱਚੋਂ ਹੋਰ ਕੁਝ ਇਨਕਲਾਬੀਆਂ ਨਿਧਾਨ ਸਿੰਘ ਚੁੱਗਾ ਤੇ ਦਲੀਪ ਸਿੰਘ ਆਦਿ ਨੂੰ ਵੀ ਉਸ ਸੱਦ ਲਿਆ। ਮਾਰਚ ਦੇ ਛੇਕੜ ਵਿੱਚ ਇਸ ਪਾਰਟੀ ਨੇ ਕੁਝ ਪਹਾੜੀ ਸਾਥੀਆਂ ਦੇ ਸਹਿਯੋਗ ਨਾਲ ਇੱਕ ਸਕੀਮ ਤਿਆਰ ਕੀਤੀ, ਜਿਸ ਅਨੁਸਾਰ ਇੱਕ ਖਾਸ ਦਿਨ ਮੁਕਰਰ ਕਰਕੇ ਫੈਸਲਾ ਕੀਤਾ ਗਿਆ ਕਿ ਰਾਤੋਂ ਰਾਤ ਰਾਜੇ, ਵਜ਼ੀਰ ਅਤੇ ਰੈਜ਼ੀਡੈਂਟ ਨੂੰ ਕਤਲ ਕਰਕੇ ਰਿਆਸਤ ਦਾ ਅਸਲਾਖਾਨਾ ਤੇ ਖਜ਼ਾਨਾ ਲੁੱਟ ਲਿਆ ਜਾਵੇ ਤੇ ਫਿਰ ਪੰਜਾਬ ਜਾ ਕੇ ਝੋਲੀ ਚੁੱਕਾਂ ਦਾ ਖਾਤਮਾ ਕੀਤਾ ਜਾਵੇ। ਪਰ ਵਕਤ ਤੋਂ ਪਹਿਲਾਂ ਹੀ ਨਿਧਾਨ ਸਿੰਘ ਚੁੱਗਾ ਤੇ ਹੋਰ ਇਨਕਲਾਬੀਆਂ ਦੇ ਫੜੇ ਜਾਣ ਕਰਕੇ ਇਹ ਸਕੀਮ ਅਧਵਾਟੇ ਹੀ ਖਤਮ ਹੋ ਗਈ। ਮੰਡੀ ਰਿਆਸਤ ਵਾਲੀ ਘਟਨਾ ਤੋਂ ਬਾਅਦ ਵੀ ਕਈ ਮਹੀਨਿਆਂ ਤੱਕ ਇਸ ਕਿਸਮ ਦੀਆਂ ਕਈ ਵਾਰਦਾਤਾਂ ਪੰਜਾਬ ਵਿੱਚ ਹੁੰਦੀਆਂ ਰਹੀਆਂ, ਜਿਸ ਦਾ ਮੁੱਖ ਮਨੋਰਥ ਇਹੋ ਜਾਪਦਾ ਸੀ ਕਿ ਇਨਕਲਾਬੀਆਂ ਨੇ ਝੋਲੀ ਚੁੱਕਾਂ ਨੂੰ ਕਤਲ ਕਰਨ ਦੀ ਠਾਣ ਲਈ ਸੀ। ਇੱਧਰ ਪੰਜਾਬ ਦੇ ਇਨਕਲਾਬੀ ਇਹ ਕੁਝ ਕਰ ਰਹੇ ਸਨ ਤੇ ਉਧਰ ਰਾਸ ਬਿਹਾਰੀ ਬੋਸ ਬਨਾਰਸ ਵਿੱਚ ਬੈਠਾ ਕਿਸੇ ਭਲੇ ਸਮੇਂ ਦੀ ਉਡੀਕ ਵਿੱਚ ਸਮਾਂ ਗੁਜ਼ਾਰ ਰਿਹਾ ਸੀ। ਪੰਜਾਬ ਬਾਰੇ ਖਬਰਾਂ ਉਸ ਤੱਕ ਪਹੁੰਚਾਉਣ ਦਾ ਭਾਵੇਂ ਬਾਕਾਇਦਾ ਤੌਰ ਤੇ ਕੋਈ ਪ੍ਰਬੰਧ ਨਹੀਂ ਸੀ, ਪਰ ਫਿਰ ਵੀ ਕਿਸੇ ਨਾ ਕਿਸੇ ਢੰਗ ਨਾਲ ਖਬਰਾਂ ਉਸ ਨੂੰ ਪਹੁੰਚ ਜਾਇਆ ਕਰਦੀਆਂ ਸਨ, ਭਾਵੇਂ ਕਿ ਇਹ ਖਬਰਾਂ ਕਾਫੀ ਧੁੰਦਲੀਆਂ ਤੇ ਅਨਿਸ਼ਚਿਤ ਹੁੰਦੀਆਂ ਸਨ। ਲਗਾਤਾਰ 1.5 ਮਹੀਨੇ ਦੀ ਉਡੀਕ ਤੋਂ ਬਾਅਦ ਜਦ ਰਾਸ ਬਿਹਾਰੀ ਨੂੰ ਨਿਸ਼ਚਾ ਹੋ ਗਿਆ ਕਿ ਗਦਰ ਪਾਰਟੀ ਦੇ ਮੁੜ ਸਰਜੀਤ ਹੋਣ ਦੀ ਕੋਈ ਉਮੀਦ ਬਾਕੀ ਨਹੀਂ, ਨਾਲੇ ਕਈ ਸੂਬਿਆਂ ਦੀ ਪੁਲਿਸ ਦਾਦਾ ਨੂੰ ਗ੍ਰਿਫਤਾਰ ਕਰਨ ਲਈ ਦਿਨ ਰਾਤ ਭੱਜੀ ਫਿਰਦੀ ਸੀ ਤੇ ਛੇਕੜ ਉਸਨੇ ਦੇਸ਼ ਨੂੰ ਛੱਡ ਜਾਣ ਦਾ ਨਿਸ਼ਚਾ ਕਰ ਲਿਆ। ਚਿੰਦਰਨਾਥ ਸਾਨਿਆਲ ਅਨੁਸਾਰ ਦਾਦਾ ਨੇ ਗਦਰ ਦੀ ਸਕੀਮ ਫੇਲ ਹੋਣ ਦਾ ਜਿਹੜਾ ਕਾਰਨ ਬੜੇ ਰੋਸ ਭਰੇ ਸ਼ਬਦਾਂ ਵਿੱਚ ਦੱਸ ਘੱਲਿਆ, ਉਹ ਸੀ ਪਾਰਟੀ ਵਿੱਚ ਅਨਪੜ੍ਹ ਤੇ ਅਣਸਾਧੇ ਲੋਕਾਂ ਦੀ ਭਰਮਾਰ, ਜਿਨ੍ਹਾਂ ਨੇ ਵਾਅਦਾ ਮੁਆਫ ਬਣ ਕੇ ਕੰਮ ਚੌੜ ਕੀਤਾ। ਉਸਨੇ ਬੰਗਾਲੀ ਇਨਕਲਾਬੀਆਂ ਦੀ ਉਦਾਹਰਨ ਦਿੱਤੀ, ਜਿਨ੍ਹਾਂ ਵਿੱਚ ਕੋਈ ਵੀ ਮੂੰਹ ਕਾਲੀ ਭੇਡ ਢੂੰਡਿਆ ਨਹੀਂ ਸੀ ਲੱਭਦੀ, ਤੇ ਇਸ ਦਾ ਕਾਰਨ ਉਸਨੇ ਦੱਸਿਆ ਕਿ ਉੱਥੇ ਗ੍ਰੈਜੂਏਟ ਤੋਂ ਘੱਟ ਲਿਆਕਤ ਦੇ ਆਦਮੀ ਨੂੰ ਪਾਰਟੀ ਵਿੱਚ ਉੱਕਾ ਸ਼ਾਮਲ ਨਹੀਂ ਕੀਤਾ ਜਾਂਦਾ। ਸੋ ਵੀ ਪੂਰੀ ਅਜਮਾਇਸ਼ ਤੇ ਟ੍ਰੇਨਿੰਗ ਤੋਂ ਬਾਅਦ
ਦੂਜੇ ਸ਼ਬਦਾਂ ਵਿੱਚ ਇਹ ਕਿ ਬੰਗਾਲ ਦੀ ਰਾਜ ਧਰੋਹੀ ਪਾਰਟੀ ਵਿੱਚ ਲਗਭਗ ਕਾਲਜੀਏਟ ਤਬਕੇ ਦੇ ਹੀ ਲੋਕ ਸ਼ਾਮਿਲ ਕੀਤੇ ਜਾਂਦੇ ਸਨ। ਸ਼ਾਇਦ ਦਾਦਾ ਦੀ ਇਸੇ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਕੁਝ ਬਚੇ ਕੁਛੇ ਇਨਕਲਾਬੀਆਂ ਨੇ ਪੜ੍ਹੇ ਲਿਖੇ ਤਬਕੇ, ਖਾਸ ਕਰਕੇ ਕਾਲਜੀਏਟ ਮੁੰਡਿਆਂ ਨਾਲ ਮੇਲ-ਜੋਲ ਕਰਨਾ ਸ਼ੁਰੂ ਕਰ ਦਿੱਤਾ, ਪਰ ਇਸ ਕੰਮ ਵਿੱਚ ਕੋਈ ਬਹੁਤੀ ਸਫਲਤਾ ਉਹਨਾਂ ਨੂੰ ਨਾ ਮਿਲ ਸਕੀ। ਤਾਂ ਵੀ ਸੁੱਚਾ ਸਿੰਘ ਆਦਿ ਕੁਝ ਪੜ੍ਹੇ ਲਿਖੇ ਗੱਭਰੂਆਂ ਨੇ ਥੋੜੇ ਹੀ ਚਿਰ ਵਿੱਚ ਕਾਫੀ ਕੰਮ ਕਰ ਦਿਖਾਇਆ। ਸੁੱਚਾ ਸਿੰਘ ਪਿੰਡ ਚੋਲਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਲੁਧਿਆਣਾ ਗਵਰਨਮੈਂਟ ਕਾਲਜ ਵਿੱਚ ਪੜ੍ਹਦਾ ਸੀ, ਜਿਹੜਾ ਸਥਾਨਕ ਵਿਦਿਆਰਥੀਆਂ ਨੂੰ ਮਿਲਣ ਤੋਂ ਛੁੱਟ ਕਦੀ-ਕਦੀ ਦੂਸਰੇ ਸ਼ਹਿਰਾਂ ਦੇ ਕਾਲਜਾਂ ਵਿੱਚ ਵੀ ਚੱਕਰ ਲਾਇਆ ਕਰਦਾ ਸੀ।